हेलो एवरीवन, मैं आशिम मित्तल ब्रेन मेकर कोचिंग क्लासेस ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ। ਅਸੀਂ ਲਾਸਟ ਲੈਕਚਰ ਮਾਡਰਨ ਹਿਸਟਰੀ ਦੀ ਗੱਲ ਕਰ ਰਹੇ ਸੀਗੇ ਤਾਂ ਮਾਡਰਨ ਹਿਸਟਰੀ ਲਾਸਟ ਲੈਕਚਰ ਵਿੱਚ ਅਸੀਂ ਪੋਰਤਗੀਜ਼ ਬਾਰੇ ਡਿਟੇਲ ਸਮਝਿਆ ਕਿ ਪੋਰਤਗੀਜ਼ ਕਦੋਂ ਆਏ, ਕਿਵੇਂ ਉਹਨਾਂ ਨੇ ਹਮਲਾ ਕੀਤਾ, ਕਿਹੜਾ ਪਰਸਨ ਸੀਗਾ, ਕਿਹੜੇ ਗਵਰਨਰ ਆਏ। ਅੱਜ ਆਪਾਂ ਪਾਰਟ 2 ਸੈਕਿੰਡ ਨੰਬਰ ਤੇ ਅਸੀਂ ਗੱਲ ਕਰ ਰਹੇ ਹਾਂ। ਸੈਕਿੰਡ ਨੰਬਰ ਤੇ ਕੌਣ ਆਏ? ਡੱਚ ਆਏ। ਕੌਣ ਆਏ? ਡੱਚ ਆਏ, ਜਿਨ੍ਹਾਂ ਨੂੰ ਆਪਾਂ हॉलैंड नीदरलैंड, ठीक है, ये भी आप बोल सकते हैं। याद रखियो बच्चे, ਜਿਹੜਾ हॉलैंड वर्ड पहला यूज किया जाता सीगा, पर हॉलैंड शब्द ਜਿਹੜਾ हॉलैंड ਜਿਹੜਾ शब्द है ये अक्टूबर 2019 ਦੇ ਵਿੱਚ 2019 ਦੇ ਵਿੱਚ ਇਹਨਾਂ ਨੇ हॉलैंड शब्द ਨੂੰ ਛੱਡ ਦਿੱਤਾ ਡੱਚਾਂ ਨੇ। ठीक है, ਹੁਣ नीदरलैंड या डच वर्ड ਜਿਹੜਾ ਹੈਗਾ यूज ਕੀਤਾ ਜਾਂਦਾ ਹੈ। ਹੁਣ ਆਪਾਂ ਥੋੜਾ ਜਿਹਾ ਇਹਨੂੰ ਡਿਟੇਲ ਦੇ ਵੀ ਸਮਝਦੇ ਹਾਂ ਕਿ ਕਿਵੇਂ ਡੱਚ ਇੰਡੀਆ ਦੇ ਵਿੱਚ ਆਏ। ਤਾਂ ਮੈਂ ਗੱਲ ਕਰ ਰਿਹਾ ਡੱਚਾਂ ਦੀ ਗੱਲ ਕਰ ਰਿਹਾ ਤਾਂ ਇਹਨਾਂ ਦੀ ਜਿਹੜੀ ਰਾਜਧਾਨੀ ਸੀ, ਜਿਹੜੀ ਹੌਲੈਂਡ ਲਗਾ ਲਓ, ਹੌਲੈਂਡ ਜਿਹੜੀ ਰਾਜਧਾਨੀ ਸੀਗੀ ਉਹ ਕਿਹੜੀ ਸੀ? ਐਮਸਟਰਡੈਮ। ਕਿਹੜੀ ਸੀ? ਐਮਸਟਰਡੈਮ ਰਾਜਧਾਨੀ ਤੋਂ ਹੁੰਦੇ ਹੋਏ ਸੇਮ ਕੇਪਸ ਆਫ ਗੁੱਡਸ ਹੋਪ, ठीक है, राजधानी तो एक कित्थों ਨੂੰ ਹੋਏ? ਕੇਪਸ ਆਫ ਗੁੱਡ ਹੋਪ ਤੋਂ ਹੁੰਦੇ ਹੋਏ ਇਹ ਵੀ ਇੰਡੀਆ ਦੇ ਵਿੱਚ ਆਏ। ਠੀਕ ਹੈ, ਇੰਡੀਆ ਦੇ ਵਿੱਚ ਕਦੋਂ ਆਏ? ਇੰਡੀਆ ਦੇ ਵਿੱਚ ਇਹਨਾਂ ਦੀ ਅਰਾਈਵਲ 1605 ਦੇ ਵਿੱਚ ਕਹੀ ਜਾਂਦੀ ਹੈ ਕਿ ਜੀ ਡੱਚ ਜਿਹੜੇ ਹੈਗੇ ਆ 1605 ਦੇ ਵਿੱਚ ਇੰਡੀਆ ਦੇ ਵਿੱਚ ਆਏ। ਪਰ ਤੁਹਾਡੇ ਲਈ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ 1596 ਦੇ ਵਿੱਚ ਵੀ ਇੱਕ ਇਹਨਾਂ ਦਾ ਜਿਹੜਾ ਪਰਸਨ ਹੈ ਉਹ ਇੰਡੀਆ ਦੇ ਵਿੱਚ ਆਇਆ ਸੀ, ਜਿਹਦਾ ਨਾਮ ਕੀ ਸੀਗਾ? ਕਾਰਨਿਲਸ डी हॉटमैन। ਇਹ ਨਾ ਕੁਐਸਚਨ ਦਾ ਇਹ ਬਣਿਆ ਹੋਇਆ ਹੈ, ਇਹ ਥੋੜਾ ਹਾਈ ਲੈਵਲ ਤੇ ਜੇ ਕੋਈ ਪੇਪਰ ਹੋਵੇ ਜਾਂ ਮਾਸਟਰ ਕਾਰਡ ਦੀ ਗੱਲ ਕਰੀਏ ਉਹਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਦ ਫਰਸਟ ਡੱਚ ਸਿਟੀਜ਼ਨ ਟੂ ਵਿਜ਼ਿਟ ਇੰਡੀਆ। ਪਹਿਲਾ ਡੱਚ ਸਿਟੀਜ਼ਨ ਕੌਣ ਸੀ ਜਿਹੜਾ ਜਿਹਨੇ ਵਿਜ਼ਿਟ ਕੀਤਾ ਸੀ ਇੰਡੀਆ ਦੇ ਵਿੱਚ ਸੀਗਾ? ਤਾਂ ਉਹ ਕੌਣ ਸੀਗਾ? ਕਾਰਨਿਲਸ ਦੇ ਹੌਟਮੈਨ, ਜਿਹੜਾ 1596 ਦੇ ਵਿੱਚ ਇੰਡੀਆ ਦੇ ਵਿੱਚ ਵਿਜ਼ਿਟ ਕੀਤਾ, ਪਰ ਇਹਨੇ ਕੁਝ ਜ਼ਿਆਦਾ ਨਹੀਂ, ਆਇਆ ਚਲਾ ਗਿਆ। ਠੀਕ, ਹੁਣ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਡੱਚਾਂ ਨੇ ਆਪਣੀ ਭਾਵੇਂ ਇੰਡੀਆ ਦੇ ਵਿੱਚੋਂ 1605 ਵਿੱਚ ਆਏ ਹੈ, ਪਰ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਈਸਟ ਇੰਡੀਆ ਡੱਚ ਈਸਟ ਇੰਡੀਆ ਕੰਪਨੀ ਇਹ ਕਦੋਂ ਸਟੈਬਲਿਸ਼ ਕਰ ਲਈ ਸੀਗੀ? 1602 ਦੇ ਵਿੱਚ ਕੀਤੀ ਸੀ। ਕਦੋਂ ਸਟੈਬਲਿਸ਼ ਕਰ ਲਈ ਸੀਗੀ? 1602 ਦੇ ਵਿੱਚ ਇਹਨਾਂ ਨੇ ਆਪਣੀ ਇਹ ਜਿਹੜੀ ਕੰਪਨੀ ਸੀਗੀ ਇਹਨੂੰ ਕੀ ਕਰ ਲਿਆ ਸੀ? ਉਹਨਾਂ ਨੇ ਐਸਟੈਬਲਿਸ਼ ਕਰ ਲਿਆ ਸੀਗਾ। ਤੇ ਇਹਦਾ ਹੈੱਡਕੁਆਟਰ ਕਿੱਥੇ ਬਣਾਇਆ ਗਿਆ ਸੀਗਾ? ਤਾਂ ਬਟਾਵਾ, ਜਿਹੜਾ ਕਿ ਇੰਡੋਨੇਸ਼ੀਆ ਦੇ ਵਿੱਚ ਹੈ। ਕਿੱਥੇ ਬਣਾਇਆ ਗਿਆ ਸੀਗਾ? ਬਟਾਵੀਆ ਦੇ ਵਿੱਚ ਬਣਾਇਆ ਗਿਆ ਸੀਗਾ, ਜਿਹੜਾ ਕਿ ਇੰਡੋਨੇਸ਼ੀਆ ਦੇ ਵਿੱਚ ਹੈ। ਇੱਕ ਚੀਜ਼ ਜਿਹੜਾ ਹੋਰ ਮੋਸਟ ਇੰਪੋਰਟੈਂਟ ਕੁਐਸਚਨ ਆਉਂਦਾ ਹੁੰਦਾ ਹੈ ਉਹ ਵੀ ਯਾਦ ਰੱਖਿਓ ਕਿ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਹੈ ਇਹ ਕੀ ਹੈ? ਇਹ ਜੁਆਇੰਟ ਵੈਂਚਰ ਹੈ। ਇਹ ਕੀ ਹੈ? ਜੁਆਇੰਟ ਵੈਂਚਰ। ਜੁਆਇੰਟ ਵੈਂਚਰ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਗਵਰਨਮੈਂਟ ਪਲੱਸ ਪ੍ਰਾਈਵੇਟ, ਠੀਕ ਹੈ, ਕਿ ਗਵਰਨਮੈਂਟ ਤੇ ਪ੍ਰਾਈਵੇਟ ਦੋਵਾਂ ਦਾ ਮੇਲ ਹੈ, ਦੋਵੇਂ ਮਿਲ ਕੇ ਕੰਮ ਕਰ ਰਹੇ ਹੈ। 1602 ਦੇ ਵਿੱਚ ਡੱਚਾਂ ਨੇ ਈਸਟ ਇੰਡੀਆ ਕੰਪਨੀ ਸਟੈਬਲਿਸ਼ਮੈਂਟ ਕੀਤੀ ਤੇ 1605 ਦੇ ਵਿੱਚ ਇਹਨਾਂ ਦੀ ਅਰਾਈਵਲ ਹੋ ਗਈ ਕਿੱਥੇ? ਇੰਡੀਆ ਦੇ ਵਿੱਚ ਆ ਗਏ, ਅਰਾਈਵ ਕਰ ਗਏ। ਠੀਕ, ਆਪਾਂ ਜ਼ਿਆਦਾ ਦੇਖੋ, ਆਪਾਂ ਉਹੀ ਕੁਐਸਚਨਸ ਜ਼ਿਆਦਾ ਡਿਸਕਸ ਕਰਾਂਗੇ, ਆਪਾਂ ਡਿਟੇਲ ਉਨੀ ਕੀ ਕਰਾਂਗੇ ਜਿਹੜੀ ਤੁਹਾਡੇ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਬਣਨ। ਤਾਂ ਇਹਨਾਂ ਦੇ ਲਈ ਕੁਐਸਚਨ ਦੇਖੋ ਇਹ ਬਣਦਾ ਹੈ, ਇਹਨਾਂ ਲਈ ਕੁਐਸਚਨ ਇਹ ਆਉਂਦਾ ਹੁੰਦਾ ਹੈ ਕਿ ਪਹਿਲੀ ਵਾਰ ਭਾਰਤ ਨੂੰ ਕੱਪੜਾ ਵਪਾਰ ਕੇਂਦਰ, ਭਾਰਤ ਨੂੰ ਪਹਿਲੀ ਵਾਰ ਕੱਪੜਾ ਵਪਾਰ ਕੇਂਦਰ ਬਣਾਉਣ ਵਾਲੇ ਕੌਣ ਸੀ? ਤਾਂ ਕੌਣ ਸੀਗੇ? ਡੱਚ ਸੀਗੇ। ਡੱਚਾਂ ਨੇ ਜਿਹੜਾ ਹੈਗਾ ਭਾਰਤ ਨੂੰ ਕੱਪੜਾ ਵਪਾਰ ਕੇਂਦਰ ਬਣਾਇਆ। ਬਾਅਦ ਚੋਂ ਕੰਟੀਨਿਊ ਕਿਹਨੇ ਕੀਤਾ? ਅੰਗਰੇਜ਼ਾਂ ਨੇ। ਕਿਹਨਾਂ ਨੇ ਕੀਤਾ? ਅੰਗਰੇਜ਼ਾਂ ਨੇ ਕੰਟੀਨਿਊ ਕੀਤਾ। ਪਰ ਜੇ ਕੁਐਸਚਨ ਆਏਗਾ ਕਿ ਭਾਰਤ ਨੂੰ ਜਿਹੜਾ ਹੈਗਾ ਕੱਪੜਾ ਵਪਾਰ ਕੇਂਦਰ ਬਣਾਉਣ ਵਾਲੇ ਕੌਣ ਸੀ, ਤਾਂ ਆਨਸਰ ਕੀ ਆਏਗਾ? ਡੱਚ ਆਏਗਾ। ਆਨਸਰ ਕੀ ਆਏਗਾ? ਡੱਚ ਆਏਗਾ। 25 ਨਵੰਬਰ 1759, ਠੀਕ ਹੈ, ਬੇਦਰਾ ਦਾ ਯੁੱਧ, ਜਿਹਨੂੰ ਆਪਾਂ ਕਰਨਾਟਕ ਵਾਰ ਵੀ ਕਹਿੰਦੇ ਆ, ਠੀਕ ਹੈ, ਜਾਂ ਇਹਨੂੰ ਕਰਨਾਟਕ ਵਾਰ ਵੀ ਕਹਿ ਦਿੰਦੇ ਆ ਜਾਂ ਹੁਗਲੀ ਵਾਰ ਵੀ ਕਹਿ ਦਿੰਦੇ ਆ। ਇਹ ਨਾਮ ਯਾਦ ਰੱਖ ਲਿਓ, ਕਈ ਵਾਰ ਆਲਸੋ ਕਾਲਡ ਐਜ਼, ਇਹ ਆਨਸਰ ਕੁਐਸਚਨ ਆਇਆ ਹੁੰਦਾ ਹੈ। चिंसुरहा वार भी कह दें।
ਇਹ ਜਿਹੜਾ ਸੀਗਾ ਇਹ ਵਾਰ ਜਿਹੜੀ ਸੀਗੀ ਇਹ ਕੀ ਸੀਗੀ ਇਹਨਾਂ ਦੇ ਪਤਨ ਦਾ ਕਾਰਨ ਸੀਗੀ ਕੀ ਸੀ ਇਹ ਇਹਦੇ ਪਤਨ ਦਾ ਕਾਰਨ ਸੀ ਜਿਹੜੀ ਕਿਹਦੇ ਵਿਚਕਾਰ ਹੋਈ ਸੀ ਡੱਚਾਂ ਦੇ ਵਿਚਕਾਰ ਹੋਈ ਸੀ ਤੇ ਇੰਗਲਿਸ਼ ਈਸਟ ਇੰਡੀਆ ਕੰਪਨੀ ਬ੍ਰਿਟਿਸ਼ਰਸ ਦੇ ਅੰਡਰ ਹੋਈ ਸੀ ਠੀਕ ਹੈ ਉਸ ਸਮੇਂ ਯਾਦ ਰੱਖਿਓ ਕੌਣ ਸੀਗਾ ਰॉबर्ट क्लाइव कौन सीगा रॉबर्ट क्लाइव सीगा पर्सन ठीक देखो डच ना ज्यादा पॉलिटिक्स ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਸੀਗੇ ਪਰ ਡੱਚਾਂ ਨੂੰ ਡੱਚ ਈਸਟ ਇੰਡੀਆ ਦੀ ਕੰਪਨੀ ਸੀਗੀ ਉਹਨੂੰ ਮੀਰ ਜਾਫਰ ਨੇ ਬੰਗਾਲ ਤੇ ਹਮਲਾ ਕਰਨ ਲਈ ਬੁਲਾਇਆ ਸੀ ਉਹਨਾਂ ਨੇ ਮੀਰ ਜਾਫਰ ਨੇ ਇਨਵਾਈਟ ਕੀਤਾ ਸੀਗਾ ਦੇਖੋ 1757 ਦੀ ਲੜਾਈ ਹੋ ਚੁੱਕੀ ਹੈ ਪਲਾਸੀ ਦੀ ਉਸ ਤੋਂ ਬਾਅਦ ਮੀਰ ਜਾਫਰ ਨੇ ਬੁਲਾਇਆ ਸੀਗਾ ਪਰ ਇਹਨਾਂ ਦੀ ਕਰਨਾਟਕ ਵਾਰ ਦੇ ਵਿੱਚ ਇਹਨਾਂ ਦੀ ਕੀ ਹੋਈ ਹੈ ਬੁਰੀ ਤਰ੍ਹਾਂ ਹਾਰ ਹੋਈ ਹੈ ठीक है जिसके कारण इन्होंने बाद विच की इंडिया नूं छड्ड दिता ते इन्होंने अटेंशन किहदे दित्ती ही मस्ट अटेंशन वाज ऑन माल्या लोकेशन इन साउथ ईस्ट कि जदों ये हार गए उस तो बाद इन्होंने माल्या वाले पासे नूं साउथ ईस्ट वाले पासे नूं अपना जिहड़ा हैगा ध्यान केंद्रित कर लिया ठीक है तो इस तो इलावा डच्चा ने देखो द डच एस्टैब्लिश डोमिनेंस इन्हां दी डोमिनेंस किथे किथे सीगी ओवर श्रीलंका इंडोनेशिया ते मलाल एक्सेट्रा बिसाइड इंडिया इस तो इलावा इंडिया तो इलावा इन्हां जगहां ते भी इन्हां दी जेहड़ी डोमिनेंस सीगी ठीक क्लियर ए सीगा बेसिकली ये सारा क्वेश्चन जिहड़ा हैगा ये आंदे हुंदे डच्चां ने एक चीज होर आ जांदी हुंदी है इन्हां ने एक कॉइन चलाए सी इन्हां ने गोल्ड कॉइन चलाए सी दा नाम की सीगा पगोडा जिन्हों की बोलते सी पगोडा इंडस्ट्रीज दे लई इन्हां ने एक कॉइन चलाए सीगे जिहदा नाम की सीगा पगोडा ਇਹ ਵੀ ਕੁਐਸਚਨ ਕਦੇ ਆਇਆ ਹੁੰਦਾ ਹੈ ਕਿ ਪਗੋਡਾ ਕਿਹਨੂੰ ਬੋਲਦੇ ਆ 골ਡ ਕੋਇਨ ਨੂੰ ਬੋਲਦੇ ਆ ਇਹ ਪਗੋਡਾ 골ਡ ਕੋਇਨ ਕਿਹਨੇ ਚਲਾਏ ਹੈ ਇਹ ਜਿਹੜੇ 골ਡ ਕੋਇਨ ਹੈਗੇ ਆ ਇਹ ਕਿਹਨਾਂ ਦੁਆਰਾ ਚਲਾਏ ਗਏ ਹੈ ਇਹ ਚਲਾਏ ਗਏ ਹੈ ਡੱਚਾਂ ਦੇ ਦੁਆਰਾ ਡੱਚ ਈਸਟ ਇੰਡੀਆ ਕੰਪਨੀ ਨੇ ਇਹਨਾਂ ਕੋਇਨਸ ਨੂੰ ਚਲਾਇਆ ਸੀ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਥਰਡ ਤੇ ਮੋਸਟ ਇੰਪੋਰਟੈਂਟ ਸਭ ਤੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਥਰਡ ਦੀ ਗੱਲ ਕਰ ਰਹੇ ਹਾਂ ਤੇ ਮੋਸਟ ਇੰਪੋਰਟੈਂਟ ਦੀ ਗੱਲ ਕਰ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ थर्ड ते कौन आगे हुण आगे ब्रिटिशर्स हुण कौन आगे ब्रिटिश ईस्ट इंडिया कंपनी देखो आप मॉडर्न इंडिया करते हैं सारे ना हरेक तुसी इंस्टीट्यूट की गल करिए तो उपरों समझा देंगे आप पूरी डिटेल दे विच कर रहे हैं ताकि बाय चांस कोई डिटेल दे विच क्वेश्चन आ जाए तो तुहाडा क्वेश्चन गलत ना होवे तो इन्होंने कित्थों शुरुआत की लंडन ठीक है ना राजस्थानी सी ना ये भी सेम लंडन तो होंदे हुए केप्स ऑफ गुड्स होप आए ठीक है देन इन्हां दी अराइवल कित्थे हुई इंडिया दे विच हुई इंडिया दे विच हुई ठीक है तो ये भी याद रखियो कि जेडे ब्रिटिशर्स है इन्हां दी एक टीम इंडिया आई एक टीम चाइना भी गई है इन्हां दी एक टीम जिहड़ी हैगी इंडिया आई है ते एक टीम चाइना भी गई है हुण तुहाडे दिमाग दे विच आएगा क्वेश्चन कि सारे केप्स ऑफ गुड होप तो क्यों आ रहे हैं सारे इक्को रस्ते तो क्यों आ रहे हैं क्योंकि हजे देखो सवेज नहर जिहड़ा हैगा ओदा निर्माण नहीं होया सी सवेज नहर दा निर्माण नहीं होया सी कदों ओपन हुई है 17 नवंबर 1869 च ओपन हुई है सवेज कैनाल कंपनी बनी है क्लियर तो हजे ਇਹਦਾ निर्माण नहीं होया सी जिदे करके सारे कित्थों आ रहे हैं केप्स ऑफ गुड तो आ रहे हैं केप्स ऑफ गुड्स चलो आगे जी हुण जी क्वेश्चन आएगा ईस्ट इंडिया कंपनी या इंग्लैंड कंपनी या ईस्ट इंडिया कंपनी ਇਹਦੀ एस्टैब्लिशमेंट कदों होगी 1600 लास्ट लेक्चर दस्सिया ना कि जे मैं सीक्वेंस की गल करा तो पहला पोर्तुगीज आए फिर डच आए फिर ब्रिटिशर्स आए पर जे मैं गल करा कंपनीज की एस्टैब्लिशमेंट की तो सब तो पहला कंपनी एस्टैब्लिश की पोर्तुगीज ने दूसरे नंबर पर किन्ने की है ब्रिटिशर्स ने किन्ने की है ब्रिटिशर्स ने क्लियर
1599 ਦੇਖੋ ਕੰਪਨੀ ਸਟੈਬਲਿਸ਼ ਕਰਨ ਤੋਂ ਪਹਿਲਾਂ 1599 ਦੇ ਵਿੱਚ ਇੱਕ ਇੰਗਲਿਸ਼ ਕੀ ਨਾਮ ਸੀ ਉਹਦਾ ਜੌਨ ਮਿਲਡਨ ਹਾਫ ਇਹ ਇੰਡੀਆ ਦੇ ਵਿੱਚ ਆਏ ਸੀ ਇਹ ਇੰਡੀਆ ਦੇ ਵਿੱਚ ਆ ਚੁੱਕੇ ਸੀ ਪਰ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਦੋਂ ਈਸਟ ਇੰਡੀਆ ਜਦੋਂ ਬ੍ਰਿਟਿਸ਼ਰ ਈਸਟ ਇੰਡੀਆ ਕੰਪਨੀ ਬਣ ਗਈ ਬ੍ਰਿਟਿਸ਼ਰਸ ਈਸਟ ਇੰਡੀਆ ਕੰਪਨੀ ਬਣ ਗਈ ਤਾਂ ਇੱਕ ਜਗ੍ਹਾ ਤੇ ਕੁਐਸਚਨ ਆਇਆ ਹੋਇਆ ਹੈ ਕਿ ਉਸ ਸਮੇਂ ਬ੍ਰਿਟੇਨ ਦੀ ਰਾਣੀ ਕੌਣ ਸੀ ਤਾਂ ਕੌਣ ਸੀ ਕੁਈਨ ਐਲਿਜ਼ਾਬੈਥ ਕੌਣ ਸੀਗੀ ਕੁਈਨ ਐਲਿਜ਼ਾਬੈਥ ਸੀ ਤੇ ਜੇ ਆਏਗਾ ਜਦੋਂ ਕੰਪਨੀ ਦਾ ਨਿਰਮਾਣ ਹੈ ਕੰਪਨੀ ਦੀ ਗੱਲ ਕਰ ਰਹੇ ਆ ਤਾਂ ਇੰਡੀਆ ਦੇ ਵਿੱਚ ਉਸ ਸਮੇਂ ਰਾਜਾ ਕੌਣ ਸੀਗਾ ਤਾਂ ਕੌਣ ਸੀਗਾ ਰਾਜਾ ਉਸ ਸਮੇਂ ਰਾਜਾ ਕੌਣ ਸੀਗਾ ਮੁਗਲਾਂ ਟਾਈਮ ਪੀਰੀਅਡ ਚੱਲ ਰਿਹਾ ਤਾਂ ਰਾਜਾ ਕੌਣ ਸੀਗਾ ਅਕਬਰ ਸੀਗਾ ਰਾਜਾ ਕੌਣ ਸੀਗਾ ਪ੍ਰੋਪਰਲੀ ਅਕਬਰ ਸੀਗਾ ਕਲੀਅਰ ਠੀਕ ਨੈਕਸਟ ਲਾਸਟ ਆਪਾਂ ਹੁਣ ਗੱਲ ਕੀਤੀ ਹੈ ਕਿ ਜਿਹੜੇ ਡੱਚ ਸੀਗੇ ਉਹ ਕੀ ਸੀਗੇ ਜੁਆਇੰਟ ਵੈਂਚਰ ਹੈ ਠੀਕ ਹੈ ਜੁਆਇੰਟ ਵੈਂਚਰ ਦਾ ਮਤਲਬ ਕੀ ਸੀ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸੀ ਪਰ ਜਿਹੜੀ ਬ੍ਰਿਟਿਸ਼ਰ ਈਸਟ ਇੰਡੀਆ ਕੰਪਨੀ ਹੈ ਠੀਕ ਹੈ ਇਹ ਪ੍ਰੋਪਰਲੀ ਕੀ ਸੀ ਪ੍ਰਾਈਵੇਟ ਕੰਪਨੀ ਸੀ ਪ੍ਰੋਪਰਲੀ ਕੀ ਸੀਗੀ ਪ੍ਰਾਈਵੇਟ ਗਵਰਨਮੈਂਟ ਦਾ ਕੋਈ ਮਤਲਬ ਨਹੀਂ ਸੀਗਾ ਠੀਕ ਹੈ ਤੇ ਜੇ ਕੁਐਸਚਨ ਆਏਗਾ ਫਸਟ ਗਵਰਨਰ ਇਹਦਾ ਫਸਟ ਗਵਰਨਰ ਠੀਕ ਹੈ ਤਾਂ ਕੌਣ ਸੀਗਾ ਥਾਮਸ ਸਮਿਥ ਕੌਣ ਸੀਗਾ ਥਾਮਸ ਸਮਿਥ ਸੀਗਾ ਪ੍ਰੋਪਰਲੀ ਮੋਨੋਪੋਲੀ ਸੀ ਪ੍ਰੋਪਰਲੀ ਮੋਨੋਪੋਲੀ ਸੀ 1600 ਦੇਖੋ 1600 ਦੇ ਵਿੱਚ ਐਕਚੁਅਲ ਦੇ ਵਿੱਚ ਕਹਾਣੀ ਕੀ ਹੋਈ ਹੈ ਪ੍ਰਾਈਵੇਟ ਸੀਗੀ ਠੀਕ ਹੈ ਤਾਂ ਇਹਨੂੰ ਚਲਾਉਣ ਵਾਲੇ ਕੋਈ 24 ਦੇ ਕਰੀਬ ਲੋਕ ਸੀਗੇ 24 ਦੇ ਕਰੀਬ ਕੋਈ ਲੋਕ ਸੀਗੇ ਠੀਕ ਹੈ ਜਿਹੜੇ ਇਹਨੂੰ ਚਲਾ ਰਹੇ ਸੀ ਤੇ ਇਸ ਕੰਪਨੀ ਦੇ ਵਿੱਚ ਮਹਾਰਾਣੀ ਜਿਹੜੀ ਸੀਗੀ ਐਲਿਜ਼ਾਬੈਥ ਦਾ ਵੀ ਬਹੁਤ ਵੱਡਾ ਜਿਹੜਾ ਸ਼ੇਅਰ ਸੀਗਾ ਹੁਣ ਇਹਨਾਂ ਲੋਕਾਂ ਨੇ ਰਾਣੀ ਨੂੰ ਰਿਕੁਐਸਟ ਕੀਤੀ ਮੋਨੋਪੋਲੀ ਦੇ ਲਈ ਤਾਂ ਕਿ ਸਾਨੂੰ ਮੋਨੋਪੋਲੀ ਦਾ ਅਧਿਕਾਰ ਦਿੱਤਾ ਜਾਵੇ ਤਾਂ ਕਿ ਇਹ ਚੀਜ਼ ਅਸੀਂ ਹੀ ਵੇਚ ਸਕੀਏ ਤਾਂ ਉਹਦਾ ਹਿੱਸਾ ਸੀ ਤਾਂ 1600 ਦੇ ਵਿੱਚ ਕੀ ਹੋਇਆ ਰਾਣੀ ਨੇ ਇਹਨਾਂ ਨੂੰ 15 ਈਅਰ ਦੇ ਲਈ ਮੋਨੋਪੋਲੀ ਦਾ ਅਧਿਕਾਰ ਦੇ ਦਿੱਤਾ ਕਿੰਨੇ ਸਾਲ ਲਈ ਦਿੱਤਾ 15 ਸਾਲਾਂ ਦੇ ਲਈ ਦਿੱਤਾ ਠੀਕ ਤਾਂ ਹੁਣ ਇਹਨਾਂ ਨੂੰ ਕਦੋਂ ਤੱਕ ਮਿਲ ਗਿਆ 1600 ਤੋਂ ਲੈ ਕੇ 1615 ਤੱਕ ਦਾ ਇਹਨਾਂ ਨੂੰ ਮੋਨੋਪੋਲੀ ਦਾ ਅਧਿਕਾਰ ਮਿਲ ਗਿਆ ਠੀਕ ਪਰ ਜਦੋਂ 1608 ਦੇ ਵਿੱਚ ਪਰ ਇਹਦਾ ਇੰਨਾ ਬੈਨੀਫਿਟ ਜਦੋਂ 1608 ਦੇ ਵਿੱਚ ਰਾਜਾ ਚੇਂਜ ਹੋਇਆ ਰਾਜਾ ਜੇਮਸ ਜਦੋਂ ਰਾਜਾ ਜੇਮ ਬਣਿਆ ਤਾਂ ਉਹਨੇ ਇਹਨੂੰ ਅਨਲਿਮਿਟਡ ਟਾਈਮ ਲਈ ਅਨਲਿਮਿਟਡ ਟਾਈਮ ਦੇ ਲਈ ਜਿਹੜੀ ਹੈਗੀ ਹੈ ਮੋਨੋਪੋਲੀ ਕਰਤੀ ਮਤਲਬ ਹੁਣ ਲੰਡਨ ਤੋਂ ਇੰਡੀਆ ਵਪਾਰ ਕਰਨ ਦਾ ਅਧਿਕਾਰ ਇਸ ਈਸਟ ਇੰਡੀਆ ਕੰਪਨੀ ਨੂੰ ਮਿਲ ਗਿਆ ਠੀਕ ਹੈ ਤੇ ਇਹ ਚੱਲਿਆ ਕਦੋਂ ਤੱਕ ਹੈ 1608 ਤੋਂ ਲੈ ਕੇ 1813 ਚਾਰਟਰਡ ਐਕਟ ਤੱਕ 33 ਤੱਕ ਨਹੀਂ ਬੱਚੇ 13 ਤੱਕ ਚੱਲਿਆ ਕਿਉਂਕਿ 13 ਤੋਂ ਬਾਅਦ ਕੁਝ ਪਾਵਰ ਖੋਲੀਆਂ ਗਈਆਂ 33 ਚ ਪੂਰੀ ਖਤਮ ਕਰਤਾ ਸੀ ਉਹਨਾਂ ਨੇ ਠੀਕ ਹੈ 13 ਤੋਂ ਬਾਅਦ ਵੀ ਜੇ ਮੈਂ ਗੱਲ ਕਰਾਂ 13 ਤੋਂ ਬਾਅਦ ਚਾਹ ਅਫੀਮ ਨੂੰ ਛੱਡ ਕੇ ਬਾਕੀ ਸਾਰੀ ਮੋਨੋਪੋਲੀ ਬੰਦ ਕਰ ਦਿੱਤੀ ਗਈ ਸੀ ਠੀਕ ਹੈ ਨਾ ਮੋਨੋਪੋਲੀ ਡੀਸੈਂਟਰਲਾਈਜੇਸ਼ਨ ਜਿਹੜੀ ਹੈਗੀ ਹੈ ਸੈਂਟਰਲਾਈਜੇਸ਼ਨ ਜਿਹੜੀ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਸੀਗਾ ਹੁਣ ਕੋਈ ਵੀ ਕਰ ਸਕਦਾ ਸੀ ਵਪਾਰ ਠੀਕ ਹੈ ਮੋਨੋਪੋਲੀ ਖਤਮ ਕਰ ਦਿੱਤੀ ਗਈ ਸੀ 1813 ਦੇ ਵਿੱਚ ਤੇ 33 ਦੇ ਵਿੱਚ ਤਾਂ ਪ੍ਰੋਪਰਲੀ ਬੰਦ ਕਰਤੀ ਉਹਨਾਂ ਨੇ ਠੀਕ ਹੈ 1833 ਦੇ ਵਿੱਚ ਜਦੋਂ ਸੈਕੰਡ ਚਾਰਟਰ ਐਕਟ ਆਇਆ ਤਾਂ ਪ੍ਰੋਪਰਲੀ ਇਹਨੂੰ ਜਿਹੜਾ ਹੈਗਾ ਖਤਮ ਕਰਤੀ ਮੋਨੋਪੋਲੀ ਕਲੀਅਰ ਤਾਂ ਇਹ ਹੋ ਗਿਆ ਥੋੜਾ ਬੈਕਗ੍ਰਾਉਂਡ ਹੁਣ 1608 ਦੇ ਵਿੱਚ ਦੇਖੋ ਕੀ ਹੋਇਆ 1608 ਦੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਦੀ ਅਰਾਈਵਲ ਹੋ ਗਈ ਠੀਕ ਹੈ ਅਰਾਈਵਲ ਹੋ ਗਈ ਕਿੱਥੇ ਸੂਰਤ ਦੇ ਵਿੱਚ ਕਿੱਥੇ ਹੋ ਗਈ ਸੂਰਤ ਦੇ ਵਿੱਚ ਹੋ ਗਈ ਜਹਾਜ਼ ਦਾ ਨਾਮ ਇਹ ਵੀ ਕੁਐਸਚਨ ਆਇਆ ਹੋਇਆ ਹੈ ਰੈਡ ਡਰੈਗਨ ਠੀਕ ਹੈ ਨਾ ਇਹ ਜਿਹੜਾ ਹੈਗਾ ਮਾਸਟਰ ਕੈਟ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਹੈ ਕਿ ਜਿਹੜੇ ਅੰਗਰੇਜ਼ ਜਿਹੜੇ ਇੰਡੀਆ ਦੇ ਵਿੱਚ ਆਏ ਸੀ ਕਦੋਂ ਆਏ ਸੀ 1608 ਵਿੱਚ ਆਏ ਸੀ ਤੇ ਜਹਾਜ਼ ਦਾ ਨਾਮ ਕੀ ਸੀ ਜਿਸ ਜਹਾਜ਼ ਦੇ ਉੱਪਰ ਬੈਠ ਕੇ ਉਹ ਆਏ ਹੈ ਤਾਂ ਉਹਨਾਂ ਦਾ ਨਾਮ ਕੀ ਸੀਗਾ ਉਹਦਾ ਨਾਮ ਕੀ ਸੀਗਾ ਰੈਡ ਡਰੈਗਨ ਕਲੀਅਰ ਚਲੋ ਹੁਣ ਇੰਡੀਆ ਦੇ ਵਿੱਚ ਆਣਗੇ ਤਾਂ ਇੰਡੀਆ ਵਿੱਚ ਆਣਗੇ ਤਾਂ ਆਬਵੀਅਸ ਹੈ ਇਹ ਆਦੀ ਬਸਤੀ ਲਗਾਉਣ ਦੀ ਵੀ ਕੋਸ਼ਿਸ਼ ਕਰਨਗੇ ਕਿ ਜੀ ਅਸੀਂ ਬਸਤੀ ਲਗਾਈਏ ਤਾਂ ਆਪਣਾ ਬਿਜ਼ਨਸ ਸ਼ੁਰੂ ਕਰੀਏ ਤਾਂ ਹੁਣ 1608 ਦੇ ਟਾਈਮ ਤੇ 1608 ਅਕਬਰ ਦਾ ਰਾਜ ਖਤਮ ਹੋ ਗਿਆ ਤਾਂ ਕੌਣ ਆ ਗਿਆ ਜਹਾਂਗੀਰ ਠੀਕ ਹੈ ਨਾ ਜਹਾਂਗੀਰ ਸਲੀਮ ਆ ਗਿਆ ਰਾਜਾ ਤਾਂ 1608 ਦੇ ਵਿੱਚ ਸੂਰਤ ਦੇ ਵਿੱਚ
ਇਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਇਜਾਜ਼ਤ ਨਹੀਂ ਦਿੱਤੀ। ਕਿਹਨੇ ਦਿੱਤੀ? ਜਹਾਂਗੀਰ ਨੇ ਇਹਨਾਂ ਨੂੰ ਆਪਣਾ ਫੈਕਟਰੀ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ 1611 ਦੇ ਵਿੱਚ ਇਹਨਾਂ ਨੇ ਫਸਟ ਸੈਂਟਰ ਬਣਾਇਆ ਹੈ, ਕਿਹਨੂੰ? ਮਸੂਲੀਪਟਨਮ। ਕਿਹਨੂੰ ਬਣਾਇਆ? ਮਸੂਲੀਪਟਨਮ ਨੂੰ ਆਪਣਾ ਪਹਿਲਾ ਕੇਂਦਰ ਬਣਾਇਆ। ਤੇ ਸੂਰਤ ਵਿੱਚ ਇਹਨਾਂ ਨੂੰ ਕਦੋਂ ਇਜਾਜ਼ਤ ਮਿਲੀ ਹੈ? 1613 ਦੇ ਵਿੱਚ ਸੈਕਿੰਡ, ਠੀਕ ਹੈ। ਤਾਂ ਕਦੋਂ ਬਣਾਇਆ? 1613 ਵਿੱਚ ਸੂਰਤ ਦੇ ਵਿੱਚ ਬਣਾਇਆ। ਪਰ ਜੇ ਕੁਐਸਚਨ ਆਏਗਾ ਕਿ ਉੱਤਰ ਭਾਰਤ ਵਿੱਚ, ਮੇਰੀ ਗੱਲ ਸਮਝੋ, ਜੇ ਕੁਐਸਚਨ ਆਏਗਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਵਿੱਚ ਪਹਿਲੀ ਫੈਕਟਰੀ ਕਦੋਂ ਲਗਾਈ, ਤਾਂ 1611 ਵਿੱਚ ਆਏਗੀ। ਜੇ ਆਏਗਾ ਕਿ ਈਸਟ ਇੰਡੀਆ ਕੰਪਨੀ ਨੇ ਉੱਤਰ ਭਾਰਤ ਵਿੱਚ ਪਹਿਲੀ, ਨਾਰਥ ਵੈਸਟ ਇੰਡੀਆ ਦੇ ਵਿੱਚ ਪਹਿਲੀ ਕੰਪਨੀ ਕਦੋਂ ਲਗਾਈ ਹੈ, ਤਾਂ ਕਦੋਂ ਲਗਾਈ ਹੈ? 1613 ਦੇ ਵਿੱਚ ਆਏਗੀ। ਕਲੀਅਰ? ਤਾਂ ਇਹ 1613 ਵਿੱਚ ਪਰਮਿਸ਼ਨ ਕਿਹਨੇ ਲਈ? ਕਿਹਨੇ ਪਰਮਿਸ਼ਨ ਲਈ ਹੈ? ਥਾਮਸ ਰॉय ਐਂਡ ਹਾਕਿੰਗ। ਇਹਨਾਂ ਨੇ ਕੀ ਹੈ? ਜਹਾਂਗੀਰ ਤੋਂ ਕੀ ਲੈ ਲਈ? ਪਰਮਿਸ਼ਨ ਲੈ ਲਈ ਸੂਰਤ ਦੇ ਵਿੱਚ ਫੈਕਟਰੀ ਲਗਾਉਣ ਦੀ। ਕਲੀਅਰ? ਉਸ ਤੋਂ ਬਾਅਦ ਜਿਹੜਾ ਹੈਗਾ ਬੰਬੇ ਦੇ ਵਿੱਚ ਲਗਾਈ ਗਈ। ਠੀਕ ਹੈ। ਮੈਦਰਾਸ ਦੇ ਵਿੱਚ ਕੀ ਕੀਤਾ ਗਿਆ? ਫੋਰਟ ਸੇਂਟ ਜਾਰਜ। ਮਦਰਾਸ ਦੇ ਵਿੱਚ ਫੋਰਟ ਸੇਂਟ ਜਾਰਜ ਦਾ ਜਿਹੜਾ ਹੈਗਾ ਨਿਰਮਾਣ ਕੀਤਾ ਗਿਆ, ਜਿਹੜਾ ਕਿ ਤਾਮਿਲਨਾਡੂ ਦੇ ਵਿੱਚ ਹੈ। ਕਲਕੱਤਾ ਦੇ ਵਿੱਚ ਫੋਰਟ ਵਿਲੀਅਮ, ਜੋ ਕਿ ਵੈਸਟ ਬੰਗਾਲ ਦੇ ਵਿੱਚ ਹੈ, ਉਹਦਾ ਨਿਰਮਾਣ ਕੀਤਾ ਗਿਆ। 1633 ਦੇ ਵਿੱਚ ओडिशा ਦੇ ਵਿੱਚ ਇਹਦਾ ਨਿਰਮਾਣ ਕੀਤਾ ਗਿਆ। ਠੀਕ ਹੈ। ओडिशा ਦੇ ਵਿੱਚ ਕੀ ਕੀਤਾ ਗਿਆ? ਫੋਰਟ ਡੇਵਿਡ ਫੋਰਟ। ओडिशा ਦੇ ਵਿੱਚ ਫੈਕਟਰੀ ਲਗਾਈ ਗਈ। ਤੇ ਉਸ ਤੋਂ ਬਾਅਦ ਕੀ ਹੈ? ਫੋਰਟ ਡੇਵਿਡ ਫੋਰਟ ਜਿਹੜਾ ਹੈਗਾ ਤਾਮਿਲਨਾਡੂ ਦੇ ਵਿੱਚ ਇਹਦੀ ਵੀ ਐਸਟੈਬਲਿਸ਼ਮੈਂਟ ਕੀਤੀ ਗਈ। ਤਾਮਿਲਨਾਡੂ ਦੇ ਕੋਲ ਨਾ ਇੱਕ ਜਗ੍ਹਾ ਹੈ ਕੁਡਲੋਰ, ਉੱਥੇ ਜਿਹੜਾ ਹੈਗਾ ਇਹ ਨਿਰਮਾਣ ਕੀਤਾ ਗਿਆ। ਹੁਣ ਦੇਖੋ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਫੋਰਟ ਸੇਂਟ ਜਾਰਜ ਇਹ ਕਿੱਥੇ ਹੈ? ਤਾਮਿਲਨਾਡੂ ਵਿੱਚ ਹੈ। ਤਾਮਿਲਨਾਡੂ ਕਿੱਥੇ? ਮਦਰਾਸ ਚ ਹੈ। ਫੋਰਟ ਵਿਲੀਅਮ ਕਿੱਥੇ ਹੈ? ਕੋਲਕਾਤਾ ਵਿੱਚ ਹੈ। ਕੋਲਕਾਤਾ ਕਿੱਥੇ ਹੈ? ਵੈਸਟ ਬੰਗਾਲ ਦੇ ਵਿੱਚ ਹੈ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕੁਡਲੋਰ ਦੇ ਵਿੱਚ ਕਿਹੜਾ ਫੋਰਟ ਹੈ? ਫੋਰਟ ਡੇਵਿਡ ਫੋਰਟ ਹੈ, ਜਿਹੜਾ ਕਿ ਤਾਮਿਲਨਾਡੂ ਦੇ ਕੋਲੇ ਹੈ। ਠੀਕ। ਤਾਂ ਇਹ ਤਾਂ ਹੋ ਗਿਆ ਅੰਗਰੇਜ਼ਾਂ ਦੇ ਸਮੇਂ ਦਾ ਜਿਹੜਾ ਹੈਗਾ ਜਿਨ੍ਹਾਂ ਨੇ ਇਹਨਾਂ ਨੇ ਆਪਣਾ ਵਿਸਥਾਰ ਕੀਤਾ। ਹੁਣ ਆਪਾਂ ਇਹਨੂੰ ਥੋੜਾ ਜਿਹਾ 1608 ਤੋਂ ਲੈ ਕੇ ਇਹਨੂੰ ਨਾਰਥਰਨ ਇੰਡੀਆ ਤੇ ਸਾਊਥ ਇੰਡੀਆ ਕਿ ਕਿੱਥੋਂ ਤੱਕ ਇਹਨਾਂ ਨੇ ਆਪਣਾ ਜਿਹੜਾ ਹੈਗਾ ਆਪਣੀ ਪਾਵਰਸ ਦਾ ਵਿਸਥਾਰ ਕੀਤਾ। ਸਭ ਤੋਂ ਪਹਿਲਾਂ ਆਪਾਂ ਕਿਹਨੂੰ ਸਮਝਦੇ ਹਾਂ? ਨਾਰਥ। ਸਭ ਤੋਂ ਪਹਿਲਾਂ ਆਪਾਂ ਬੱਚੇ ਸਮਝਦੇ ਹਾਂ ਨਾਰਥ ਇੰਡੀਆ ਬਾਰੇ। ਠੀਕ ਹੈ। ਤਾਂ ਹੁਣ ਜਿਹੜਾ ਜਹਾਜ਼ ਰੈਡ ਡਰੈਗਨ ਆਇਆ ਸੀਗਾ, ਜਿਹੜਾ ਰੈਡ ਡਰੈਗਨ ਆਇਆ ਉਹਦਾ ਕੈਪਟਨ ਕੌਣ ਸੀਗਾ? ਹਾਕਿੰਗ ਫਸਟ। ਜਿਹੜਾ ਹਾਕਿੰਗ ਸੀਗਾ ਇਹ ਈਸਟ ਇੰਡੀਆ ਕੰਪਨੀ ਤੇ ਜੇਮਸ ਦੀ ਤਰਫ ਤੋਂ ਮੁਗਲ ਦਰਬਾਰ ਦੇ ਵਿੱਚ ਆਇਆ। ਹੁਣ ਮੈਂ ਕਿਹਾ ਸੀ ਨਾ 1608 ਦੇ ਵਿੱਚ ਕੌਣ ਰਾਜਾ ਬਣ ਗਿਆ ਸੀਗਾ? 1608 ਦੇ ਵਿੱਚ ਰਾਜਾ ਕੌਣ ਬਣ ਗਿਆ ਸੀਗਾ? ਜੇਮਸ ਬਣ ਗਿਆ ਸੀ, ਜਿਹਨੇ ਅਨਲਿਮਿਟਿਡ ਟਾਈਮ ਦੇ ਲਈ ਉਹਨਾਂ ਨੂੰ ਮੋਨੋਪੋਲੀ ਦਿਖਾ ਦਿੱਤਾ ਸੀ। ਤਾਂ ਇਹਨਾਂ ਨੇ ਕਿਹਨੂੰ ਭੇਜਿਆ? ਹਾਕਿੰਗ ਨੂੰ ਭੇਜਿਆ ਇੰਡੀਆ ਦੇ ਵਿੱਚ। ਤਾਂ ਹਾਕਿੰਗ ਨੇ ਕੀ ਕੀਤਾ? ਦੇਖੋ ਹਾਕਿੰਗ ਗਿਆ ਮੁਗਲ ਦਰਬਾਰ ਦੇ ਵਿੱਚ। ਤਾਂ ਕੁਐਸਚਨ ਆਏਗਾ ਮੁਗਲ ਦਰਬਾਰ ਵਿੱਚ ਜਾਣ ਵਾਲਾ ਪਰਸਨ ਪਹਿਲਾਂ ਕੌਣ ਸੀਗਾ? ਹਾਕਿੰਗ ਸੀਗਾ। ਹਾਕਿੰਗ ਜਿਹੜਾ ਸੀਗਾ ਉਹ ਪਰਸਨ ਸੀਗਾ। ਤਾਂ ਇਹਨਾਂ ਨੇ ਕੀ ਕੀਤਾ? ਹਾਕਿੰਗ ਨੇ ਰਾਜੇ ਨੂੰ ਖੁਸ਼ ਕਰਨ ਦੇ ਲਈ ਤੁਰਕ ਦੇ ਵਿੱਚ, ਤੁਰਕਿਸ਼ ਡਾਇਲੌਗ ਦੇ ਵਿੱਚ, ਠੀਕ ਹੈ, ਉਹਦੇ ਨਾਲ ਕਮਿਊਨੀਕੇਟ ਕੀਤਾ। ਰਾਜਾ ਬੜਾ ਖੁਸ਼ ਹੋਇਆ ਵੀ ਇੱਕ ਬਾਹਰਲਾ ਬੰਦਾ ਤੁਰਕਿਸ਼ ਲੈਂਗੁਏਜ ਦੇ ਵਿੱਚ ਕਮਿਊਨੀਕੇਟ ਕਰ ਰਿਹਾ, ਤੁਰਕਿਸ਼ ਲੈਂਗੁਏਜ ਨੂੰ ਪ੍ਰਮੋਟ ਕਰ ਰਿਹਾ, ਬੜਾ ਖੁਸ਼ ਹੋਇਆ। ਤਾਂ ਉਹਨੇ ਖੁਸ਼ ਹੋ ਕੇ ਕੀ ਕੀਤਾ? ਉਹਨੂੰ 400 ਮਨਸਬ ਦਾ ਅਧਿਕਾਰ ਦੇ ਦਿੱਤਾ ਤੇ ਨਾਲ ਹੀ ਉਪਾਧੀ ਦਿੱਤੀ ਇੰਗਲਿਸ਼ ਖਾਨ। ਇਹ ਪੇਪਰ 'ਚ ਕੁਐਸਚਨ ਆ ਸਕਦਾ ਹੈ
ਆਇਆ ਵੀ ਹੋਇਆ ਹੈ। ਇੰਗਲਿਸ਼ ਖਾਨ ਦੀ ਉਪਾਧੀ ਕਿਹਨੂੰ ਮਿਲੀ ਹੈ? ਤਾਂ ਕੈਪਟਨ ਹਾਕਿੰਗ ਨੂੰ ਮਿਲੀ ਹੈ। ਕਿਉਂ ਮਿਲੀ ਹੈ? ਕਿਉਂਕਿ ਉਹ 1608 ਦੇ ਵਿੱਚ ਪਹਿਲਾਂ ਦਰਬਾਰ ਗਿਆ, ਉਹਨੇ ਉੱਥੇ ਤੁਰਕਿਸ਼ ਲੈਂਗੁਏਜ ਦੇ ਵਿੱਚ ਕੀ ਹੈ ਡਾਇਲੌਗਸ ਵਗੈਰਾ ਜਿਹੜਾ ਹੈਗਾ ਕੀਤੇ। ਕਲੀਅਰ। ਨੈਕਸਟ, ਉਸ ਤੋਂ ਬਾਅਦ ਦੇਖੋ ਹੌਲੀ ਹੌਲੀ ਉਹਨੇ ਆਪਣਾ ਕੰਮ ਵਧਾਉਣਾ ਸ਼ੁਰੂ ਕਰਤਾ, ਕਢਵਾਉਣਾ ਕੰਮ ਸ਼ੁਰੂ ਕਰਤਾ, ਤੇ 1613 ਦੇ ਵਿੱਚ ਉਹਨਾਂ ਨੇ ਸੂਰਤ ਵਿੱਚ ਤਾਂ ਗਿਆ ਨਾ, ਸੂਰਤ ਲੱਗੀ ਫੈਕਟਰੀ, ਸੂਰਤ ਵਿੱਚ ਫੈਕਟਰੀ ਦੀ ਇਜਾਜ਼ਤ ਲੈ ਲਈ। ਠੀਕ ਹੈ, ਸੂਰਤ ਦੇ ਵਿੱਚ ਅੰਗਰੇਜ਼ਾਂ ਨੇ 1613 ਦੇ ਵਿੱਚ ਫੈਕਟਰੀ ਦੀ ਇਜਾਜ਼ਤ ਲੈ ਲਈ, ਜਿਹਨੂੰ ਇਜਾਜ਼ਤ ਲੈਣ ਦੇ ਵਿੱਚ ਇੰਗਲਿਸ਼ ਕੈਪਟਨ ਬੈਸਟ ਐਂਡ ਮਿਡਲੈਂਟਰ ਨੇ ਇਹਨਾਂ ਨੇ ਪੁਰਤਗੀਜ਼ ਨੂੰ ਵੀ ਹਰਾਇਆ। ਇਹਨਾਂ ਦੀ ਪੁਰਤਗੀਜ਼ ਨਾਲ ਲੜਾਈ ਹੋਈ ਸੀ। ਠੀਕ ਹੈ, ਇਹਨਾਂ ਨੇ ਪੁਰਤਗਾਲੀਆਂ ਨੂੰ ਵੀ, ਬੈਸਟ ਤੇ ਮਿਡਲੈਂਟਰ ਨੇ ਪੁਰਤਗੀਜ਼ ਨੂੰ ਹਰਾਇਆ। ਦੂਸਰੇ ਪਾਸੇ 1613 ਦੇ ਵਿੱਚ ਉਹਨਾਂ ਨੇ ਕੀ ਕੀਤਾ? ਫੈਕਟਰੀ ਦੀ ਇਜਾਜ਼ਤ ਲੈ ਲਈ। ਫੈਕਟਰੀ ਦੀ ਇਜਾਜ਼ਤ ਲੈ ਲਈ ਤਾਂ ਸੂਰਤ ਦੇ ਵਿੱਚ ਜਿਹੜਾ ਹੈਗਾ ਫੈਕਟਰੀ ਖੁੱਲ ਗਈ ਹੁਣ ਅੰਗਰੇਜ਼ਾਂ ਦੀ। ਉਸ ਤੋਂ ਬਾਅਦ ਕੌਣ ਆਇਆ? ਥਾਮਸ ਰॉय। ਥਾਮਸ ਰॉय ਜਿਹੜਾ ਕਿ ਜੇਮਸ ਵੱਲੋਂ ਆਉਣ ਵਾਲਾ ਦੂਸਰਾ ਰਾਜਦੂਤ ਸੀਗਾ। ਭਾਰਤ ਵਿੱਚ ਆਉਣ ਵਾਲਾ ਜਿਹੜਾ ਰਾਜਦੂਤ ਸੀਗਾ, ਜੇਮਸ ਦਾ ਰਾਜਦੂਤ ਬਣ ਕੇ ਆਇਆ ਸੀਗਾ ਥਾਮਸ ਰॉय। ਹੁਣ ਉਹਨਾਂ ਨੇ ਕੀ ਕੀਤਾ? ਦੇਖੋ ਥਾਮਸ ਰॉय ਨੇ ਪਹਿਲਾਂ ਤਾਂ ਸੀ ਨਾ ਸਿਰਫ ਸੂਰਤ ਵਿੱਚ ਖੋਲਣੀ ਹੈ ਜੀ, ਮਸੂਲੀਪਟਨਮ ਚ ਖੋਲਣੀ ਹੈ। ਜਹਾਂਗੀਰ ਤੋਂ ਪੂਰੇ ਉੱਤਰ ਭਾਰਤ ਦੇ ਵਿੱਚ ਫੈਕਟਰੀ ਦੀ ਅਨੁਮਤੀ ਲੈ ਲਈ ਜਹਾਂਗੀਰ ਤੋਂ ਥਾਮਸ ਰॉय ਨੇ। ਹੁਣ ਜੇ ਕੁਐਸਚਨ ਆਏਗਾ ਕਿ ਉੱਤਰ ਭਾਰਤ ਦੇ ਵਿੱਚ ਪੂਰੇ ਉੱਤਰ ਭਾਰਤ ਦੇ ਵਿੱਚ ਫੈਕਟਰੀ ਲਗਾਉਣ ਦੀ ਇਜਾਜ਼ਤ ਕਿਹਨੇ ਲਈ ਹੈ? ਤਾਂ ਥਾਮਸ ਰॉय ਨੇ ਲਈ ਹੈ। ਕਲੀਅਰ। ਚਲੋ ਚੱਲਦਾ ਰਿਹਾ ਜੀ, ਜਦੋਂ ਤੱਕ ਦੇਖੋ ਲਾਸਟ ਜਦੋਂ ਤੱਕ ਸੀਗਾ ਔਰੰਗਜ਼ੇਬ ਜਦੋਂ ਤੱਕ ਸੀਗਾ, ਉਦੋਂ ਤੱਕ ਜਿਹੜਾ ਹੈਗਾ ਉਦੋਂ ਤੱਕ ਬ੍ਰਿਟਿਸ਼ਰਸ ਨੇ ਜ਼ਿਆਦਾ ਮੁਗਲਾਂ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਰਫ ਇੱਕ ਵਾਰੀ ਲੜਾਈ ਹੋਈ ਹੈ ਅੰਗਰੇਜ਼ਾਂ ਤੇ ਮੁਗਲਾਂ ਤੇ ਅੰਗਰੇਜ਼ਾਂ ਦੀ, ਜਿਹਦੇ ਵਿੱਚ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਗਿਆ ਸੀ। ਪਰ 1658 ਦੇ ਵਿੱਚ 1658 ਤੋਂ ਲੈ ਕੇ 1707 ਤੱਕ ਔਰੰਗਜ਼ੇਬ ਦਾ ਟਾਈਮ ਪੀਰੀਅਡ ਰਹਿੰਦਾ ਹੈ। 1707 ਦੇ ਵਿੱਚ ਕੀ ਹੁੰਦਾ ਹੈ? 1707 ਦੇ ਵਿੱਚ ਔਰੰਗਜ਼ੇਬ ਦੀ ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ ਹੈ। ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ ਹੈ। ਤੇ ਇਹ ਟਾਈਮ ਪੀਰੀਅਡ ਬਣ ਜਾਂਦਾ ਹੈ ਇਹਨਾਂ ਦਾ 골ਡਨ ਟਾਈਮ ਪੀਰੀਅਡ। ਠੀਕ ਹੈ, ਇਹ ਉਸ ਬੜਾ 골ਡਨ ਪੀਰੀਅਡ ਬਣ ਜਾਂਦਾ ਹੈ। ਉਸ ਤੋਂ ਬਾਅਦ ਸਾਰੇ ਅਯੋਗ ਆਣਗੇ ਜਿਹਨੂੰ ਜਿਹੜਾ ਹੈਗਾ ਅੰਗਰੇਜ਼ ਆਸਾਨੀ ਦੇ ਨਾਲ ਦੱਬ ਲੈਣਗੇ। ਪਰ ਜੇ ਮੈਂ ਔਰੰਗਜ਼ੇਬ ਤੱਕ ਦੀ ਗੱਲ ਕਰਾਂ ਤਾਂ ਹੁਗਲੀ 1661 ਦੇ ਵਿੱਚ ਹੁਗਲੀ ਫਸਟ ਫੈਕਟਰੀ ਆਫ ਬੰਗਾਲ ਦੇ ਵਿੱਚ ਪਹਿਲੀ ਫੈਕਟਰੀ ਹੁਗਲੀ ਵਿੱਚ ਲਗਾਈ ਸੀ ਇਹਨਾਂ ਨੇ 1651 ਦੇ ਵਿੱਚ। ਠੀਕ ਹੈ, ਕਿੰਦੀ ਪਰਮਿਸ਼ਨ ਨਾਲ? ਬੰਗਾਲ ਦਾ ਉਸ ਸਮੇਂ ਗਵਰਨਰ ਕੌਣ ਸੀਗਾ? ਸ਼ਾਹ ਸੁਜਾ। ਕੌਣ ਸੀਗਾ? ਸ਼ਾਹ ਸ਼ੁਜਾ ਉਸ ਸਮੇਂ ਦਾ ਗਵਰਨਰ ਸੀਗਾ, ਜਿਨੇ ਇਹਨਾਂ ਨੂੰ ਇੱਕ ਵਪਾਰਕ ਅਨੁਮਤੀ ਦਿੱਤੀ ਹੈ। ਕਹਿੰਦੇ ਕਿ ਸਰ ਦੇਖੋ ਤੁਸੀਂ ਸਾਨੂੰ ਵਾਰੀ-ਵਾਰੀ ਅਸੀਂ ਤੁਹਾਡੇ ਤੋਂ ਅਨੁਮਤੀ ਲੈਣੇ ਆ। ਠੀਕ ਹੈ, ਤੁਹਾਨੂੰ ਵਾਰੀ-ਵਾਰੀ ਅਸੀਂ ਜਿਹੜਾ ਹੈਗਾ ਕਦੇ ਕਿੱਥੋਂ ਤੁਸੀਂ ਸਾਡੇ ਤੋਂ ਇੱਕ ਵਾਰਸ਼ਿਕ ਕਰ ਲੈ ਲਓ ਸਾਲ ਦਾ, ਤੇ ਸਾਨੂੰ ਨਾ ਪੂਰੇ ਬੰਗਾਲ ਦੇ ਵਿੱਚ ਸਾਨੂੰ ਜਿਹੜਾ ਹੈਗਾ ਵਪਾਰ ਕਰਨ ਦੀ ਅਨੁਮਤੀ ਦੇ ਦਿਓ। ਤਾਂ ਉਸ ਸਮੇਂ ਇੱਕ ਜਿਹੜਾ ਹੈਗਾ ਪਾਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦਾ ਨਾਮ ਕੀ ਸੀਗਾ? ਨਿਸ਼ਾਨ। ਇੱਕ ਉਹਨਾਂ ਨੇ ਪਾਸ ਜਿਹੜਾ ਹੈਗਾ ਨਿਰਧਾਰਿਤ ਕਰਤਾ, ਨਿਸ਼ਾਨ, ਕਿ ਜੀ ਜਿਹਦਾ ਮਤਲਬ ਕੀ ਸੀਗਾ? ਵਪਾਰਕ ਅਨੁਮਤੀ। ਇਹਦਾ ਮਤਲਬ ਕੀ ਸੀਗਾ? ਵਪਾਰਕ ਅਨੁਮਤੀ ਮਿਲ ਗਈ, ਜਿੰਦੇ ਬਦਲੇ ਉਹ ਟੈਕਸ ਦਿੰਦੇ ਸੀਗੇ। ਕਿੰਨਾ? 3000 ਰੁਪਇਆ ਸਾਲ ਦਾ। ਤੇ ਉਹਨਾਂ ਨੂੰ ਦੇ ਦਿੱਤਾ ਗਿਆ ਨਿਸ਼ਾਨ, ਕਿ ਜਿੰਦੇ ਉਹਨਾਂ ਨੂੰ ਪਰਮਿਸ਼ਨ ਲੈਣੀ ਪਏਗੀ। ਜੀ ਕਿਸੇ ਨੇ ਵਪਾਰ ਕਰਨਾ ਹੈ ਤੁਹਾਨੂੰ ਪਰਮਿਸ਼ਨ ਲੈਣੀ ਪਏਗੀ ਜਾਂ ਇਹ ਪਾਸ ਲੈਣਾ ਪਏਗਾ। ਕਲੀਅਰ। ਤਾਂ ਚਲੋ ਚੱਲਦਾ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਜਹਾਂਗੀਰ ਨਾਲ ਸਿਰਫ ਇੱਕ ਵਾਰ ਲੜਾਈ ਹੋਈ ਹੈ 1668 ਦੇ ਵਿੱਚ। ਯਾਦ ਰੱਖਿਓ, ਮੁਗਲ ਤੇ ਬ੍ਰਿਟਿਸ਼ ਜਾਂ ਇੰਗਲੈਂਡ ਕਹਿ ਲਓ, 1668 ਦੇ ਵਿੱਚ ਲੜਿਆ, ਜਿੰਦੇ ਵਿੱਚ ਜਿਹੜਾ ਹੈਗਾ ਔਰੰਗਜ਼ੇਬ ਜਿੱਤ ਹੋਈ। ਜਿੰਦੇ ਵਿੱਚ ਦੇਖੋ ਔਰੰਗਜ਼ੇਬ ਨੇ ਕੀ ਕੀਤਾ? ਹੁਗਲੀ ਤੇ ਮਸੂਲੀਪਟਨਮ ਉਹਨਾਂ ਤੋਂ ਵਾਪਸ ਲੈ ਲਿਆ ਸੀਗਾ। ਇਹ ਜਿੱਤ ਤੋਂ ਬਾਅਦ ਹੁਗਲੀ ਤੇ ਮਸੂਲੀਪਟਨਮ ਉਹਨਾਂ ਅੰਗਰੇਜ਼ਾਂ ਤੋਂ ਵਾਪਸ ਲੈ ਲਿਆ ਗਿਆ। 1698 ਥ੍ਰੀ ਵਿਲੇਜ
ਆਫ ਬੰਗਾਲ। ਤਿੰਨ ਪਿੰਡਾਂ ਨੂੰ, ਬੰਗਾਲ ਦੇ ਤਿੰਨ ਪਿੰਡ ਕਿਹੜੇ ਕਿਹੜੇ ਸੀਗੇ? ਕਾਲੀਕਟ, ਸ਼ੁਤੰਤੀ ਤੇ ਗੋਬਿੰਦਪੁਰ। ਇਹਨਾਂ ਤਿੰਨਾਂ ਨੂੰ ਇਕੱਠਾ ਕਰਕੇ ਕਲਕੱਤਾ ਦੇ ਵਿੱਚ ਜਿਹੜਾ ਹੈਗਾ ਵਿਲੀਅਮ ਫੋਰਟ ਦਾ ਨਿਰਮਾਣ ਕਰਵਾਤਾ। ਕਿਨੇ? ਜੌਬ ਚਾਰਨੌਕ ਨੇ। ਕਿਨੇ ਕਰਵਾਇਆ? ਜੌਬ ਚਾਰਨੌਕ ਨੇ 1698। ਹੁਣ ਦੇਖੋ ਤੁਹਾਨੂੰ ਕੁਐਸਚਨ ਆਏਗਾ ਕਿ ਵਿਲੀਅਮ ਫੋਰਟ ਨੂੰ ਬਣਾਉਣ ਦੇ ਲਈ ਕਿਹੜੇ ਤਿੰਨ ਪਿੰਡ ਨੂੰ ਇਕੱਠਾ ਕੀਤਾ ਗਿਆ? ਤਾਂ ਤੁਹਾਡੇ ਸਾਹਮਣੇ ਤਿੰਨ ਪਿੰਡ ਹੈਗੇ, ਕਿਹੜਾ? ਕਾਲੀਕਟ, ਸ਼ੁਤੰਤੀ ਤੇ ਗੋਬਿੰਦਪੁਰ। ਤਿੰਨਾਂ ਨੂੰ ਇਕੱਠਾ ਕਰ ਦਿੱਤਾ ਗਿਆ ਤੇ ਵਿਲੀਅਮ ਫੋਰਟ ਦਾ ਨਿਰਮਾਣ ਕੀਤਾ ਗਿਆ। ਕਿਨੇ ਕਰਵਾਇਆ? ਜੌਬ ਚਾਰਨੌਕ। ਜੌਬ ਚਾਰਨੌਕ ਨੇ ਕਰਵਾਇਆ। ਠੀਕ, ਚਲੋ 1707 ਹੁਣ ਆ ਗਿਆ ਅੰਗਰੇਜ਼, ਜਿਹੜਾ ਔਰੰਗਜ਼ੇਬ ਦੀ ਮੌਤ ਹੋ ਗਈ, ਇਹਨਾਂ ਦਾ 골ਡਨ ਪੀਰੀਅਡ ਜਿਹੜਾ ਹੈਗਾ ਸ਼ੁਰੂ ਹੋ ਗਿਆ ਅੰਗਰੇਜ਼ਾਂ ਦਾ। ਚੱਲਦਾ ਰਿਹਾ ਜੀ। ਹੁਣ ਇੱਕ ਰਾਜਾ ਆਏਗਾ, ਪੁੱਤਰ ਆਏਗਾ, ਔਰੰਗਜ਼ੇਬ ਦੇ ਪੁੱਤਰਾਂ ਦੇ ਵੰਸ਼ ਦੇ ਵਿੱਚੋਂ ਆਏਗਾ, ਜਿਹਦਾ ਨਾਮ ਕੀ ਹੈ? ਫਰੁਖਸ਼ੀਅਰ। ਫਰੁਖਸ਼ੀਅਰ ਫਰੁਖਸ਼ੀਅਰ ਜਿਹਨੂੰ ਨਾ ਕਾਇਰ ਰਾਜਾ ਵੀ ਕਿਹਾ ਜਾਂਦਾ ਹੈ ਜਾਂ ਡਰਪੋਕ ਰਾਜਾ ਵੀ ਬੋਲਿਆ ਜਾਂਦਾ ਹੈ। ਕਲੀਅਰ? ਹੁਣ ਫਰੁਖਸ਼ੀਅਰ ਆ ਗਿਆ। ਇਹਦੇ ਟਾਈਮ ਪੀਰੀਅਡ ਤੇ ਬ੍ਰਿਟਿਸ਼ ਵੱਲੋਂ ਦੋ ਪਰਸਨ ਆਏ। ਇੱਕ ਪਰਸਨ ਮੇਨ ਆਇਆ ਜੌਨ ਸਰਮਨ, ਤੇ ਇਹਦੇ ਨਾਲ ਕੌਣ ਸੀਗਾ? ਇਹਦੇ ਨਾਲ ਇੱਕ ਆਇਆ ਸੀ ਡਾਕਟਰ ਹੈਲਮਿੰਟਨ ਤੇ ਜੌਨ ਸਾਰਮੈਨ। ਇਹ ਦੋਨੋਂ ਇੰਡੀਆ ਦੇ ਵਿੱਚ ਆਏ। ਠੀਕ ਹੈ, ਮੇਨ ਇਹਦਾ ਹੈਡ ਕੌਣ ਸੀਗਾ? ਜੌਨ ਸਾਰਮੈਨ ਸੀਗਾ। उसमें कुदरती देखो ਫਰੁਖਸ਼ੀਅਰ ਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੋਈ ਸੀ, ਬਹੁਤ ਗੰਭੀਰ ਬਿਮਾਰੀ ਹੋਈ ਸੀ ਜਿਹਦਾ ਇਲਾਜ ਬਹੁਤ ਮੁਸ਼ਕਿਲ ਸੀ। ਪਰ ਡਾਕਟਰ ਹੈਲਮਿੰਟਨ ਨੇ ਉਸ ਦਾ ਇਲਾਜ ਕਰ ਦਿੱਤਾ ਜਿਸ ਤੋਂ ਫਰੁਖਸ਼ੀਅਰ ਬਹੁਤ ਖੁਸ਼ ਹੋਇਆ। ਠੀਕ ਹੈ, ਤੇ ਉਹਨੇ ਕਿਹਾ ਹਾਂਜੀ ਬੋਲੋ ਜੀ ਤੁਹਾਨੂੰ ਕੀ ਚਾਹੀਦਾ ਹੈ? ਤਾਂ ਜੌਨ ਸਾਰਮੈਨ ਨੇ ਕੀ ਕਿਹਾ ਕਿ ਜੀ ਸਾਨੂੰ ਹੁਣ, ਪਹਿਲਾਂ ਤਾਂ ਆਪਾਂ ਉੱਤਰ ਭਾਰਤ ਦੀ ਗੱਲ ਕਰਦੇ ਸੀ ਨਾ, ਸਾਨੂੰ ਜੀ ਤੁਸੀਂ ਇਹਦੇ ਬਦਲੇ ਕੀ ਹੈ, ਸਾਨੂੰ ਕੋਈ ਪਾਸ ਜਿਹੜਾ ਹੈਗਾ ਦੇ ਦਿਓ ਜਿਹਦੇ ਨਾਲ ਅਸੀਂ ਪੂਰੇ ਭਾਰਤ ਦੇ ਵਿੱਚ ਵਪਾਰ ਕਰ ਸਕੀਏ, ਕਿਤੇ ਵੀ ਫੈਕਟਰੀ ਲਗਾ ਸਕੀਏ, ਪੂਰੇ ਭਾਰਤ ਦੇ ਵਿੱਚ ਜਿਹੜਾ ਹੈਗਾ ਅਸੀਂ ਕੀ ਕਰ ਸਕੀਏ? ਵਪਾਰ ਕਰ ਸਕੀਏ। ਠੀਕ ਹੈ, ਬਹੁਤ ਰਾਜਾ ਕਹਿੰਦਾ ਚਲੋ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ। ਤਾਂ ਉਹਨੇ ਇੱਕ ਪਾਸ ਜਿਹੜਾ ਹੈਗਾ, ਉਹਨੇ ਇੱਕ ਜਿਹੜਾ ਪਾਸ ਨਿਰਧਾਰਿਤ ਕਰਤਾ, ਰਾਇਲ ਡੈਕੋਰੀ, ਜਿਹਨੂੰ ਕੀ ਬੋਲਦੇ ਆ ਰਾਇਲ ਡਿਕੇ। ਠੀਕ ਹੈ, ਇੱਕ ਪਾਸ ਹੈ, ਇਹ ਵੀ ਕੀ ਹੈ? ਇੱਕ ਪਾਸ ਹੈ। ਹੁਣ ਉਹਨਾਂ ਨੇ ਕੀ ਕਿਹਾ ਕਿ ਇਹਦੇ ਬਦਲੇ ਤੁਹਾਨੂੰ ਕੀ ਕਰਨਾ ਪਏਗਾ? ਇਹਦੇ ਬਦਲੇ ਤੁਹਾਨੂੰ ਕੀ ਕਰਨਾ ਪਏਗਾ? 3000 ਰੁਪਇਆ 3000 ਸਾਲ ਦਾ ਬੰਗਾਲ ਲਈ, ਬੰਗਾਲ ਦਾ ਦੇਣਾ ਪਏਗਾ ਤੁਹਾਨੂੰ। ਠੀਕ ਹੈ, 10000 ਸਾਲ ਦਾ ਸੂਰਤ ਲਈ ਦੇਣਾ ਪਏਗਾ। ਠੀਕ ਹੈ, ਤੀਸਰਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਬੰਬੇ ਦੇ ਜਿਹੜੇ ਸਿੱਕੇ ਬਣਨਗੇ, ਜਿਹੜੇ ਬੰਬੇ ਵਿੱਚ ਸਿੱਕੇ ਬਣਨਗੇ, ਠੀਕ ਹੈ, ਉਹ ਮੁਗਲ ਸਲਤਨਤ ਵਿੱਚ ਵੈਲਿਡ ਹੋਣਗੇ, ਪ੍ਰੋਪਰਲੀ ਮੁਗਲ ਸਲਤਨਤ ਦੇ ਵਿੱਚ ਕੀ ਹੋਣਗੇ? ਵੈਲਿਡ ਹੋਣਗੇ। ਇਸੇ ਚੀਜ਼ ਨੂੰ ਦੇਖੋ, ਇਸੇ ਟਾਈਮ ਪੀਰੀਅਡ ਨੂੰ ਕੀ ਬੋਲਿਆ ਜਾਂਦਾ ਹੈ? ਮੈਗਨਾ ਕਾਰਟਾ ਆਫ ਕੰਪਨੀ ਵੀ ਕਿਹਾ ਜਾਂਦਾ ਹੈ। ਇਹਨੂੰ ਬੋਲਿਆ ਜਾਂਦਾ ਹੈ ਮੈਗਨਾ ਕਾਰਟਾ। ਕਿਹੜਾ ਪਾਸ ਸੀ? ਰਾਇਲ। ਠੀਕ ਹੈ, ਕੀ ਬੋਲਿਆ ਜਾਂਦਾ? ਮੈਗਨਾ ਕਾਰਟਾ। ਦੇਖੋ ਮੈਗਨਾ ਕਾਰਟਾ ਪਹਿਲਾਂ ਯੂਜ਼ ਹੋਇਆ 1215 ਦੇ ਵਿੱਚ, ਮੈਗਨਾ ਕਾਰਟਾ ਆਫ ਹਿਊਮਨ ਰਾਈਟਸ। ਫਿਰ ਆਪਾਂ ਗੱਲ ਕਰਦੇ ਹਾਂ ਮੈਗਨਾ ਕਾਰਟਾ ਵਰਡ ਯੂਜ਼ ਹੋਇਆ ਫਰੁਖਸ਼ੀਅਰ ਦੇ ਲਈ, ਠੀਕ ਹੈ, ਇੰਗਲਿਸ਼ ਦੇ ਲਈ। ਫਿਰ ਆਪਾਂ ਕੰਪਨੀ ਦੀ ਗੱਲ ਕਰਦੇ ਹਾਂ। ਫਿਰ ਆਪਾਂ 1854 ਦੇ ਵਿੱਚ ਗੱਲ ਕਰਾਂਗੇ ਮੈਗਨਾ ਕਾਰਟਾ ਆਫ ਇੰਡੀਅਨ ਐਜੂਕੇਸ਼ਨ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਆਪਾਂ 1976 ਦੇ ਵਿੱਚ ਗੱਲ ਕਰਾਂਗੇ ਕਿ ਮੈਗਨਾ ਕਾਰਟਾ ਆਫ ਇੰਡੀਅਨ ਕਨਸਟੀਟਿਊਸ਼ਨ, ਜਿਹਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਹਾਂ। ਠੀਕ ਹੈ ਜੀ, ਚਲੋ ਹੋ ਗਿਆ ਜੀ, ਸੰਧੀ ਹੋ ਗਈ। ਠੀਕ, ਹੁਣ ਇੱਕ ਪਾਸੇ ਜਦੋਂ ਸੰਧੀ ਹੋ ਗਈ ਨਾ, ਤਾਂ ਬੰਗਾਲ ਦੇ ਵਿੱਚ ਤੁਸੀਂ ਮੁਰਸ਼ਦ ਕੁਲੀ ਖਾਨ ਦੀ ਗੱਲ ਕਰੀਏ, ਅਲੀ ਵਰਦੀ ਖਾਨ ਦੀ ਗੱਲ ਕਰੀਏ, ਠੀਕ ਹੈ, ਇਹ ਬਹੁਤ ਦੁਖੀ ਸੀ। ਸਿਰਾਜੁਦੌਲਾ ਦੀ ਗੱਲ ਕਰੀਏ, ਬਹੁਤ ਦੁਖੀ ਸੀ, ਕਿਉਂਕਿ ਅੰਗਰੇਜ਼ ਵਪਾਰ ਨਹੀਂ ਕਰਨ ਦਿੰਦੇ ਸੀ, ਉਹਨਾਂ ਨੇ ਜਾਲੀ ਪਾਸ ਬਣਾਉਣੇ ਸ਼ੁਰੂ ਕਰਤੇ। ਇਹੀ ਉਹ ਕਾਰਨ ਸੀਗਾ ਜਿਹੜਾ 1757 ਦੀ ਪਲਾਸੀ ਦੀ ਲੜਾਈ, ਇਹੀ ਸੀਗਾ ਜਿਹੜਾ 1757 ਦੀ ਪਲਾਸੀ ਦੀ ਲੜਾਈ ਦਾ ਕਾਰਨ ਬਣਿਆ। ਜਿਹੜਾ ਕੀ ਬਣਿਆ? ਕਾਰਨ ਬਣਿਆ। ਇੱਕ ਨਾ ਹੋਰ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਗੋਲਡਨ ਪਾਸ, ਗੋਲਡਨ ਡੈਕਰੇ ਜਾਂ ਗੋਲਡਨ ਪਾਸ, ਇਹ ਕਿਹਨੇ ਚਲਾਇਆ ਸੀਗਾ? ਗੋਲਕੁੰਡਾ ਨੇ। ਗੋਲਕੁੰਡਾ ਦੇ ਸ਼ਾਸਕ ਨੇ ਇਹ
चल दिता सी पास इन गोलकुंडा बीच। क्लियर। तो ये तो हो गया चलो जी सारा नॉर्थ इंडिया। पर ये किहड़ा अंग्रेज है ये किते टिकने वाले है किते रुकने वाले है। ठीक है। तो इन्हां ने हुण हौली हौली एक सेकंड स्टूडेंट्स ਆਪਾਂ ਨਾ पेज ऐड कर लिए। हाँ जी हुण ब्रिटिशर्स हुण वध गए किधर साउथ इंडिया। किधर आ गए साउथ इंडिया वाले पासे आ गए। ठीक है। जिन्हें 1639 फ्रांसिस डे took the king to मद्रास। फ्रांसिस डे एक पर्सन है एक ब्रिटिश ऑफिस ब्रिटिशर्स है जिन्हों ने जिहड़ा हैगा मद्रास ले लिया। ठीक है। मद्रास ले लिया चंदगिरी तो मद्रास जिहड़ा हैगा इन्होंने ले लिया ते उत्थे मद्रास दे विच की बनाता इन्होंने फोर्ट बनाया किहड़ा जॉर्ज आपां गल करके ना जॉर्ज बनाया सेंट जॉर्ज फोर्ट सेंट जॉर्ज जिहड़ा हैगा निर्माण कर दिता गया। किने लिया फ्रांसिस डे। जे क्वेश्चन आएगा कि कदों लिया 1639 विच लिया। ठीक है। किने लिया फ्रांसिस डे ने लिया की तो लिया चंदगिरो तो मद्रास जिहड़ा हैगा ले लिया। 1661 दे विच देखो की होया चार्ल्स फर्स्ट एंड पोर्तुगीज प्रिंसेस कैथरीन ऑफ ब्रिगेंजा दा की हो गया विआह हो गया ते पोर्तुगीज ने की किया जी कहते असीं दाज देना है ते दाज चक के की फड़ाता गिफ्ट की दिता दाज की दिता बॉम्बे ही देता जी उन्होंने की देता बॉम्बे पूरे का पूरा दाज भी देता। हुण ब्रिटिशर्स कहते असीं बॉम्बे का की करना है। हुण ब्रिटेन वाले कहते तो बॉम्बे का की करना है। देखो जी कौन राज कर रहा है इत्थे किहड़ी कंपनी है तो ईस्ट इंडिया कंपनी का नाम आ गया। तो इन्होंने सिर्फ 10 पाउंड एनुअल फेयर के उपर की किया बॉम्बे देता किन्हां नूं ब्रिटिशर्स नूं ते ब्रिटिशर्स ने 1600 देखो 1687 दे विच ब्रिटिशर्स ने 1687 दे विच हुण सूरत की जगह ते पहला केंद्र कौन सी सूरत सीगा हुण उन्होंने सूरत की जगह ते मेन केंद्र किनू बना दिता बॉम्बे नू बना दिता किनू बना दिता जी बॉम्बे नू उन्होंने मेन केंद्र बना दिता। तो अज देखो आपां डिस्कस किया डच्चां बारे अज आपां डिस्कस किया ब्रिटिशर्स बारे। नैक्सट लैक्चर देखो एक अपना एक पार्ट रह गया अंदर छोटा जिहा कि नैक्सट लैक्चर दे विच आपां डैनिश ते फ्रेंच डैनिश बारे कुछ ज्यादा नहीं हैगा थोड़ा बहुत है ते फ्रेंच इन्हां दे की कंट्रीब्यूशन सी किवें ये खत्म होए की रीजन रहे उन्हां नूं आपां प्रॉपर अपने नैक्सट लैक्चर दे विच डिस्कस करांगे। बच्चे लैक्चर नूं लाइक शेयर अपने आप कर दिया करो जे तुहानूं लैक्चर अच्छा लग रहा है तो प्लीज लाइक जरूर करा करो। थैंक यू वेरी मच।